ਮੇਰੇ ਆਫਿਸ ਵਿੱਚ ਲੜਕਿਆਂ ਤੋਂ ਜ਼ਿਆਦਾ ਲੜਕੀਆਂ ਜੌਬ ਕਰਦੀਆਂ ਸੀ। ਸਾਰੀਆਂ ਲੜਕੀਆਂ ਬਹੁਤ ਖੂਬਸੂਰਤ ਅਤੇ ਜਵਾਨ ਸੀ। ਮੈਂ ਸਾਰਾ ਦਿਨ ਉਹਨਾਂ ਨੂੰ ਦੇਖਦਾ ਰਹਿੰਦਾ, ਪਰ ਕਦੀ ਕਿਸੇ ਨਾਲ ਦਿਲ ਦੀ ਗੱਲ ਨਹੀਂ ਕੀਤੀ ਸੀ। ਮੇਰੀ ਉਮਰ 60 ਸਾਲ ਦੀ ਸੀ ਅਤੇ ਮੇਰੀ ਪਤਨੀ ਬੁੱਢੀ ਹੋ ਚੁੱਕੀ ਸੀ। ਉਹ ਜ਼ਿਆਦਾਤਰ ਬਿਮਾਰ ਹੀ ਰਹਿੰਦੀ ਸੀ। ਖੁਰਾਕ ਚੰਗੀ ਹੋਣ ਦੇ ਕਾਰਨ ਮੈਂ 40 ਸਾਲ ਦਾ ਲੱਗਦਾ ਸੀ। ਮੇਰਾ ਦਿਲ ਅਜੇ ਜਵਾਨ ਸੀ। ਦਿਲ ਚਾਹੁੰਦਾ ਸੀ ਕਿ ਮੈਂ ਦੂਸਰਾ ਵਿਆਹ ਕਰਵਾ ਲਵਾਂ ਅਤੇ ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਇੰਜੋਏ ਕਰਾਂ, ਪਰ ਹਿੰਮਤ ਨਹੀਂ ਕਰ ਪਾਉਂਦਾ ਸੀ। ਡਰ ਲੱਗਦਾ ਸੀ ਕਿ ਕੋਈ ਲੜਕੀ ਮੇਰੇ ਮੂੰਹ 'ਤੇ ਥੱਪੜ ਹੀ ਨਾ ਮਾਰ ਦੇ। ਅੱਜ ਮੈਂ ਆਫਿਸ 'ਚੋਂ ਨਿਕਲਿਆ ਤਾਂ ਇਸੇ ਗੱਲ ਨੂੰ ਸੋਚਦਾ ਹੋਇਆ ਗੱਡੀ ਬਹੁਤ ਤੇਜ਼ ਚਲਾ ਰਿਹਾ ਸੀ। ਮੈਨੂੰ ਲੱਗਿਆ ਸੀ ਕਿ ਸੜਕ ਪੂਰੀ ਤਰ੍ਹਾਂ ਖਾਲੀ ਹੈ, ਪਰ ਅਚਾਨਕ ਹੀ ਕੋਈ ਗੱਡੀ ਦੇ ਸਾਹਮਣੇ ਆਇਆ ਸੀ। ਮੈਂ ਜਲਦੀ ਨਾਲ ਗੱਡੀ ਦੀ ਬ੍ਰੇਕ ਲਗਾਈ ਅਤੇ ਜਲਦੀ ਨਾਲ ਗੱਡੀ ਦਾ ਦਰਵਾਜ਼ਾ ਖੋਲ੍ਹ ਕੇ ਹੇਠਾਂ ਉਤਰ ਆਇਆ। ਮੈਂ ਬਹੁਤ ਜ਼ਿਆਦਾ ਡਰ ਗਿਆ ਸੀ ਕਿ ਕਿਤੇ ਕੋਈ ਵੱਡਾ ਨੁਕਸਾਨ ਨਾ ਹੋ ਗਿਆ ਹੋਵੇ, ਕਿਉਂਕਿ ਮੇਰੀ ਗੱਡੀ ਦੀ ਰਫ਼ਤਾਰ ਬਹੁਤ ਤੇਜ਼ ਸੀ। ਜਿੱਦਾਂ ਹੀ ਮੈਂ ਕੋਲ ਜਾ ਕੇ ਵੇਖਿਆ, ਇੱਕ ਗੁਲਾਬੀ ਰੰਗ ਦੇ ਜੋੜੇ ਵਿੱਚ ਗੋਰੀ ਚਿੱਟੀ ਘੱਟ ਉਮਰ ਦੀ ਲੜਕੀ ਸੜਕ 'ਤੇ ਪਈ ਹੋਈ ਸੀ। ਮੇਰੀ ਨਜ਼ਰ ਉਸਦੇ ਚਿਹਰੇ 'ਤੇ ਪਈ ਤਾਂ ਮੈਂ ਪਲਕਾਂ ਝਮਕਣਾ ਭੁੱਲ ਹੀ ਗਿਆ ਸੀ। ਐਦਾਂ ਲੱਗ ਰਿਹਾ ਸੀ ਜਿੱਦਾਂ ਅਸਮਾਨ ਤੋਂ ਚੰਨ ਜ਼ਮੀਨ 'ਤੇ ਆ ਗਿਆ ਹੋਵੇ। ਉਹ 17-18 ਸਾਲ ਦੀ ਲੜਕੀ ਮੇਰੇ ਵੱਲ ਦੇਖ ਰਹੀ ਸੀ। ਕੁਝ ਦੇਰ ਤੱਕ ਤਾਂ ਮੈਂ ਉਸ ਦੇ ਚਿਹਰੇ ਨੂੰ ਦੇਖਦਾ ਰਿਹਾ, ਪਰ ਜਦੋਂ ਹੋਸ਼ ਵਿੱਚ ਆਇਆ ਤਾਂ ਤੁਰੰਤ ਉਸ ਨੂੰ ਪੁੱਛਿਆ, ਤੁਹਾਨੂੰ ਕਿਤੇ ਸੱਟ ਤਾਂ ਨਹੀਂ ਲੱਗੀ? ਉਸਨੇ ਹੌਲੀ ਜਿਹੀ ਨਾਂਹ ਵਿੱਚ ਸਿਰ ਹਿਲਾਇਆ ਅਤੇ ਉੱਠਣ ਦੀ ਕੋਸ਼ਿਸ਼ ਕਰਨ ਲੱਗ ਪਈ। ਮੈਂ ਤੁਰੰਤ ਉਸ ਦਾ ਹੱਥ ਫੜਿਆ ਤੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਮੇਰਾ ਧਿਆਨ ਦੂਰ ਪਏ ਡੰਡੇ ਵੱਲ ਕੀਤਾ। ਮੈਂ ਇੱਕਦਮ ਨਾਲ ਹੈਰਾਨ ਰਹਿ ਗਿਆ ਸੀ। ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਇੰਨੀ ਖੂਬਸੂਰਤ ਲੜਕੀ ਅਪਾਹਿਜਪਨ ਦਾ ਸ਼ਿਕਾਰ ਹੋ ਸਕਦੀ ਹੈ। ਸੱਚ ਆਖਾਂ ਤਾਂ ਮੈਂ ਉਹਦੇ ਉੱਪਰ ਦਿਲ ਹਾਰ ਬੈਠਾ ਸੀ। ਮੈਂ ਉਹਨੂੰ ਉਸ ਦੀ ਵਿਸਾਖੀ ਫੜਾਈ ਅਤੇ ਸਹਾਰਾ ਦੇ ਕੇ ਉਸ ਨੂੰ ਖੜਾ ਕੀਤਾ ਤਾਂ ਉਹ ਸ਼ੁਕਰੀਆ ਅਦਾ ਕਰਕੇ ਦੂਸਰੇ ਪਾਸੇ ਜਾਣ ਲੱਗੀ। ਮੈਂ ਉਸ ਨੂੰ ਆਵਾਜ਼ ਦਿੱਤੀ ਤੇ ਕਿਹਾ, ਤੁਹਾਨੂੰ ਕਿਤੇ ਜਾਣਾ ਹੈ? ਕੀ ਮੈਂ ਤੁਹਾਡੀ ਮਦਦ ਕਰ ਸਕਦਾ ਹਾਂ? ਮੇਰੀ ਗੱਲ ਸੁਣ ਕੇ ਉਹ ਮੁਸਕਰਾਈ ਅਤੇ ਕਹਿਣ ਲੱਗੀ, ਮੇਰੇ ਵਰਗੀ ਅਪਾਹਿਜ ਲੜਕੀ ਦਾ ਭਲਾ ਕੀ ਟਿਕਾਣਾ ਹੋ ਸਕਦਾ ਹੈ? ਲੋਕ ਤਾਂ ਸਾਨੂੰ ਅਜੀਬ ਜਿਹੀਆਂ ਨਜ਼ਰਾਂ ਨਾਲ ਦੇਖਦੇ ਹਨ। ਜਾਣਾ ਤਾਂ ਮੈਂ ਘਰ ਸੀ, ਪਰ ਜਿਸ ਰਿਕਸ਼ੇ ਵਾਲੇ ਦੇ ਰਿਕਸ਼ੇ ਵਿੱਚ ਸਵਾਰ ਸੀ ਉਸ ਦਾ ਰਿਕਸ਼ਾ ਖਰਾਬ ਹੋ ਗਿਆ ਹੈ। ਉਸ ਦੀ ਆਵਾਜ਼ ਵਿੱਚ ਇੰਨਾ ਦਰਦ ਸੀ ਕਿ ਮੈਨੂੰ ਆਪਣਾ ਦਿਲ ਚੀਰਦਾ ਹੋਇਆ ਨਜ਼ਰ ਆਇਆ। ਮੈਂ ਤੁਰੰਤ ਕਿਹਾ, ਤੁਸੀਂ ਮੇਰੀ ਗੱਡੀ ਵਿੱਚ ਬੈਠ ਜਾਓ, ਮੈਂ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਪਹੁੰਚਾ ਦੇਵਾਂਗਾ। ਪਹਿਲਾਂ ਤਾਂ ਉਸਨੇ ਹੈਰਾਨ ਨਜ਼ਰਾਂ ਨਾਲ ਮੇਰੇ ਵੱਲ ਦੇਖਿਆ, ਕਿਉਂਕਿ ਮੈਂ ਉਸਦੇ ਲਈ ਬਿਲਕੁਲ ਗੈਰ ਸੀ ਅਤੇ ਰਾਤ ਦੇ ਇਸ ਸੰਨਾਟੇ ਵਿੱਚ ਇੱਕ ਆਦਮੀ 'ਤੇ ਭਰੋਸਾ ਕਰਕੇ ਉਸ ਦੀ ਗੱਡੀ ਵਿੱਚ ਬੈਠਣਾ ਕਿਸੇ ਵੀ ਨੌਜਵਾਨ ਲੜਕੀ ਦੇ ਲਈ ਬਿਲਕੁਲ ਵੀ ਆਸਾਨ ਨਹੀਂ ਹੁੰਦਾ। ਮੈਂ ਉਸ ਨੂੰ ਯਕੀਨ ਦਿਵਾਇਆ ਕਿ ਮੈਂ ਉਸ ਨੂੰ ਹਿਫਾਜ਼ਤ ਦੇ ਨਾਲ ਘਰ ਪਹੁੰਚਾ ਦੇਵਾਂਗਾ। ਕੁਝ ਦੇਰ ਸੋਚਣ ਤੋਂ ਬਾਅਦ ਉਹ ਮੇਰੀ ਗੱਡੀ ਵਿੱਚ ਬੈਠ ਗਈ, ਕਿਉਂਕਿ ਉਸ ਦੇ ਕੋਲ ਦੂਸਰਾ ਕੋਈ ਰਸਤਾ ਨਹੀਂ ਸੀ। ਜਿੱਦਾਂ ਹੀ ਉਹ ਹਸੀਨਾ ਮੇਰੀ ਗੱਡੀ ਦੇ ਵਿੱਚ ਬੈਠੀ, ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਮੇਰੀਆਂ ਨਜ਼ਰਾਂ ਸੜਕ ਤੋਂ ਜ਼ਿਆਦਾ ਉਸ ਦੇ ਵੱਲ ਜਾ ਰਹੀਆਂ ਸੀ, ਕਿਉਂਕਿ ਉਸ ਨੂੰ ਦੇਖ ਕੇ ਮੇਰੇ ਅੰਦਰ ਜਜ਼ਬਾਤ ਪੈਦਾ ਹੋ ਰਹੇ ਸੀ। ਮੌਸਮ ਪਹਿਲਾਂ ਹੀ ਬਹੁਤ ਖਰਾਬ ਸੀ ਅਤੇ ਅਸੀਂ ਅੱਧੇ ਰਸਤੇ ਵਿੱਚ ਹੀ ਪਹੁੰਚੇ ਸੀ ਕਿ ਤੇਜ਼ ਬਾਰਿਸ਼ ਹੋਣ ਲੱਗ ਪਈ ਸੀ। ਉਹ ਲੜਕੀ ਬਹੁਤ ਜ਼ਿਆਦਾ ਪਰੇਸ਼ਾਨ ਸੀ। ਉਸਨੇ ਮੈਨੂੰ ਆਪਣਾ ਨਾਮ ਨੇਹਾ ਦੱਸਿਆ ਸੀ। ਉਹ ਕਹਿਣ ਲੱਗੀ, ਹੁਣ ਮੈਂ ਘਰ ਕਿੱਦਾਂ ਪਹੁੰਚਾਂਗੀ? ਜੇ ਮੈਂ ਜ਼ਿਆਦਾ ਲੇਟ ਘਰ ਪਹੁੰਚੀ ਤਾਂ ਮੇਰੇ ਮਕਾਨ ਮਾਲਕ ਦਰਵਾਜ਼ਾ ਨਹੀਂ ਖੋਲ੍ਹਣਗੇ ਅਤੇ ਮੈਨੂੰ ਸਵੇਰ ਤੱਕ ਦਰਵਾਜ਼ੇ 'ਤੇ ਹੀ ਬੈਠਣਾ ਹੋਵੇਗਾ। ਹੁਣ ਮੈਨੂੰ ਸਮਝ ਆਇਆ ਕਿ ਉਹ ਇੰਨਾ ਪਰੇਸ਼ਾਨ ਕਿਉਂ ਹੋ ਰਹੀ ਸੀ। ਉਸ ਨੂੰ ਆਪਣੇ ਘਰ ਜਾਣ ਦੀ ਫਿਕਰ ਸਤਾ ਰਹੀ ਸੀ। ਮੈਂ ਉਸ ਨੂੰ ਕਿਹਾ, ਇੱਥੋਂ ਸਾਡਾ ਘਰ ਕਰੀਬ ਹੈ, ਉਹ ਚਾਹੇ ਤਾਂ ਅੱਜ ਦੀ ਰਾਤ ਮੇਰੇ ਘਰ ਗੁਜ਼ਾਰ ਸਕਦੀ ਹੈ। ਮੈਂ ਉਸ ਦਾ ਸਾਥ ਛੱਡਣਾ ਹੀ ਨਹੀਂ ਚਾਹੁੰਦਾ ਸੀ। ਉਹ ਅਪਾਹਜ ਜ਼ਰੂਰ ਸੀ, ਪਰ ਉਸ ਦੀ ਖੂਬਸੂਰਤੀ ਅਤੇ ਜਵਾਨੀ ਨੇ ਉਸ ਦੀ ਇਸ ਕਮੀ ਨੂੰ ਪੂਰੀ ਤਰ੍ਹਾਂ ਢੱਕ ਦਿੱਤਾ ਸੀ। ਕੁਝ ਦੇਰ ਸੋਚਣ ਤੋਂ ਬਾਅਦ ਉਹ ਕਹਿਣ ਲੱਗੀ ਕਿ ਮੈਂ ਤੁਹਾਡੇ ਘਰ ਚੱਲਣ ਦੇ ਲਈ ਰਾਜ਼ੀ ਹਾਂ। ਤੁਹਾਡੇ ਘਰ ਕੋਈ ਔਰਤ ਤਾਂ ਮੌਜੂਦ ਹੀ ਹੋਵੇਗੀ? ਮੈਂ ਕਿਹਾ, ਹਾਂ, ਮੇਰੀ ਪਤਨੀ ਘਰ ਵਿੱਚ ਮੌਜੂਦ ਹੈ। ਇਹ ਸੁਣ ਕੇ ਤਾਂ ਉਹ ਬਿਲਕੁਲ ਹੀ ਟੈਨਸ਼ਨ ਫਰੀ ਹੋ ਗਈ ਅਤੇ ਮੈਂ ਉਸ ਨੂੰ ਆਪਣੇ ਵੱਡੇ ਜਿਹੇ ਬੰਗਲੇ ਵਿੱਚ ਲੈ ਆਇਆ। ਮੈਂ ਉਸ ਨੂੰ ਇਹ ਦੱਸਿਆ ਸੀ ਕਿ ਮੇਰੀ ਪਤਨੀ ਉਮਰ ਵਿੱਚ ਮੇਰੇ ਨਾਲੋਂ ਦੁੱਗਣੀ ਵੱਡੀ ਹੈ ਅਤੇ ਉਹ ਸ਼ਾਮ ਹੁੰਦੇ ਹੀ ਆਪਣੀ ਦਵਾਈ ਖਾ ਕੇ ਸੌਂ ਜਾਂਦੀ ਹੈ। ਨੇਹਾ ਮੇਰਾ ਆਲੀਸ਼ਾਨ ਘਰ ਬਹੁਤ ਹੈਰਾਨੀ ਨਾਲ ਦੇਖ ਰਹੀ ਸੀ। ਉਹ ਫਿਰ ਕਹਿਣ ਲੱਗੀ, ਮੈਂ ਤਾਂ ਅੱਜ ਤੱਕ ਛੋਟੀਆਂ-ਛੋਟੀਆਂ ਚੀਜ਼ਾਂ ਦੇ ਲਈ ਤਰਸਦੀ ਆਈ ਹਾਂ। ਮੈਂ ਤਾਂ ਕਦੀ ਇੰਨਾ ਖੂਬਸੂਰਤ ਘਰ ਸੁਪਨੇ ਵਿੱਚ ਵੀ ਨਹੀਂ ਦੇਖਿਆ ਸੀ। ਉਸ ਦੀ ਗੱਲ ਸੁਣ ਕੇ ਮੈਂ ਮੁਸਕਰਾਇਆ ਅਤੇ ਹੌਲੀ ਜਿਹੀ ਨਾਲ ਉਸ ਦੇ ਕੰਨ ਵਿੱਚ ਕਿਹਾ, ਇਹ ਘਰ ਤੇਰਾ ਹੋ ਸਕਦਾ ਹੈ,
ਜੇਕਰ ਤੂੰ ਚਾਹੇ ਤਾਂ। ਮੇਰੀ ਗੱਲ ਸੁਣ ਕੇ ਉਹ ਇੱਕਦਮ ਰੁਕ ਗਈ ਸੀ ਅਤੇ ਪਲਟ ਕੇ ਮੇਰੀ ਸ਼ਕਲ ਦੇਖਣ ਲੱਗ ਪਈ ਸੀ। ਮੈਂ ਉਸ ਨੂੰ ਬੈਠਣ ਦਾ ਇਸ਼ਾਰਾ ਕੀਤਾ ਅਤੇ ਨੌਕਰਾਣੀ ਨੂੰ ਆਵਾਜ਼ ਦੇ ਕੇ ਉਸ ਦੇ ਲਈ ਖਾਣਾ ਬਣਾਉਣ ਨੂੰ ਕਿਹਾ। ਕੁਝ ਦੇਰ ਉਹ ਖਾਮੋਸ਼ੀ ਨਾਲ ਐਦਾਂ ਹੀ ਦੇਖਦੀ ਰਹੀ ਅਤੇ ਫਿਰ ਕਹਿਣ ਲੱਗੀ, ਤੁਹਾਡੀ ਪਤਨੀ ਮੈਨੂੰ ਕਿਤੇ ਵੀ ਨਜ਼ਰ ਨਹੀਂ ਆ ਰਹੀ ਹੈ। ਮੈਂ ਉਸ ਨੂੰ ਦੱਸਿਆ ਕਿ ਮੇਰੀ ਪਤਨੀ ਇੱਕ 70 ਸਾਲ ਦੀ ਔਰਤ ਹੈ ਜੋ ਹਾਈ ਬਲੱਡ ਪ੍ਰੈਸ਼ਰ ਦੀ ਮਰੀਜ਼ ਹੈ। ਉਹ ਰਾਤ ਨੂੰ 8 ਵਜੇ ਦਵਾਈ ਖਾ ਕੇ ਇਸ ਤਰ੍ਹਾਂ ਸੌਂਦੀ ਹੈ ਕਿ ਸਵੇਰ ਤੋਂ ਪਹਿਲਾਂ ਉਸ ਨੂੰ ਖਬਰ ਨਹੀਂ ਹੁੰਦੀ। ਸੱਚ ਦੱਸਾਂ ਤਾਂ ਮੈਂ ਆਪਣੀ ਉਸ ਬੁੱਢੀ ਪਤਨੀ ਤੋਂ ਤੰਗ ਹਾਂ। ਮੈਂ ਚਾਹੁੰਦਾ ਹਾਂ ਕਿ ਮੇਰੀ ਜ਼ਿੰਦਗੀ ਵਿੱਚ ਕੋਈ ਐਦਾਂ ਦਾ ਹਮਸਫ਼ਰ ਸ਼ਾਮਲ ਹੋਵੇ ਜੋ ਮੇਰੀ ਜ਼ਿੰਦਗੀ ਦੇ ਇਕੱਲੇਪਨ ਨੂੰ ਦੂਰ ਕਰ ਸਕੇ। ਮੈਂ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਆਪਣੇ ਦਿਲ ਦੀ ਗੱਲ ਕਰ ਦਿੱਤੀ ਸੀ ਅਤੇ ਕਿੰਨੀ ਹੀ ਦੇਰ ਉਹ ਖਾਮੋਸ਼ ਬੈਠੀ ਰਹੀ ਸੀ। ਉਸ ਦਾ ਚਿਹਰਾ ਮੈਨੂੰ ਦੱਸ ਰਿਹਾ ਸੀ ਕਿ ਉਹ ਅਜੇ ਸੋਚ ਰਹੀ ਹੈ। ਇਸ ਕਰਕੇ ਮੈਂ ਮੌਕਾ ਦੇਖ ਕੇ ਗੱਲ ਨੂੰ ਹੋਰ ਵਧਾ ਦਿੱਤਾ ਕਿ ਨਾ ਹੀ ਉਸ ਦੇ ਅੱਗੇ ਪਿੱਛੇ ਕੋਈ ਹੈ ਅਤੇ ਨਾ ਹੀ ਮੇਰੇ। ਕੀ ਐਦਾਂ ਨਹੀਂ ਹੋ ਸਕਦਾ ਕਿ ਅਸੀਂ ਦੋਨੋਂ ਮਿਲ ਕੇ ਇੱਕ ਨਵੀਂ ਖੁਸ਼ਗਵਾਰ ਜ਼ਿੰਦਗੀ ਦਾ ਆਗਾਜ਼ ਕਰੀਏ? ਉਹ ਝਿਜਕਦੇ ਹੋਏ ਬੋਲੀ ਕਿ ਤੁਹਾਡੀ ਪਤਨੀ ਨੂੰ ਇਸ ਬਾਰੇ ਪਤਾ ਲੱਗੇਗਾ ਤਾਂ ਕੀ ਹੋਵੇਗਾ? ਮੈਂ ਉਸ ਨੂੰ ਕਿਹਾ ਕਿ ਮੇਰੀ ਪਤਨੀ ਦੇ ਕੋਲੋਂ ਤਾਂ ਆਪਣਾ ਆਪ ਹੀ ਨਹੀਂ ਸੰਭਾਲਿਆ ਜਾਂਦਾ। ਉਹ ਭਲਾ ਕੀ ਕਹੇਗੀ? ਤੂੰ ਬਸ ਵਿਆਹ ਦੇ ਲਈ ਹਾਂ ਕਰ ਦੇ। ਨੇਹਾ ਕਹਿਣ ਲੱਗੀ, ਠੀਕ ਹੈ, ਉਸ ਨੂੰ ਮੇਰੇ ਨਾਲ ਵਿਆਹ ਕਰਾਉਣ 'ਚ ਕੋਈ ਇਤਰਾਜ਼ ਨਹੀਂ ਹੈ, ਪਰ ਉਹ ਇਸ ਵਿਆਹ ਤੋਂ ਪਹਿਲਾਂ ਆਪਣੀ ਸੇਫਟੀ ਦੇ ਲਈ ਕੁਝ ਚਾਹੁੰਦੀ ਹੈ, ਕਿਉਂਕਿ ਕਿਤੇ ਐਦਾਂ ਨਾ ਹੋਵੇ ਕਿ ਮੈਂ ਵਿਆਹ ਤੋਂ ਬਾਅਦ ਉਸ ਨੂੰ ਇਸਤੇਮਾਲ ਕਰਕੇ ਛੱਡ ਦੇਵਾਂ ਤੇ ਉਹ ਕਿਸੇ ਜੋਗੀ ਨਾ ਰਹੇ। ਇਸ ਕਰਕੇ ਮੈਂ ਵਿਆਹ ਤੋਂ ਪਹਿਲਾਂ ਜਾਇਦਾਦ ਦਾ ਕੁਝ ਹਿੱਸਾ ਆਪਣੇ ਨਾਮ ਕਰਵਾਉਣਾ ਚਾਹੁੰਦੀ ਹਾਂ। ਮੈਨੂੰ ਭਲਾ ਕੀ ਇਤਰਾਜ਼ ਹੋ ਸਕਦਾ ਸੀ? ਮੇਰੇ ਕੋਲ ਜਾਇਦਾਦ ਦੀ ਕਿਹੜੀ ਕਮੀ ਸੀ? ਅਤੇ ਇਹ ਜਾਇਦਾਦ ਮੇਰੀ ਆਪਣੀ ਵੀ ਤਾਂ ਨਹੀਂ ਸੀ। ਉਹ ਸਾਰੀ ਜਾਇਦਾਦ ਮੇਰੀ ਉਸ ਪਤਨੀ ਦੀ ਸੀ ਜਿਸ ਦੇ ਨਾਲ ਮੈਂ ਬਹੁਤ ਮੁਸ਼ਕਿਲ ਨਾਲ ਗੁਜ਼ਾਰਾ ਕਰ ਰਿਹਾ ਸੀ। ਮੈਂ ਨੇਹਾ ਨਾਲ ਵਾਅਦਾ ਕਰ ਲਿਆ ਕਿ ਮੈਂ ਆਪਣੀ ਅੱਧੀ ਜਾਇਦਾਦ ਉਸ ਦੇ ਨਾਮ ਕਰ ਦੇਵਾਂਗਾ। ਇਹ ਸੁਣ ਕੇ ਉਹ ਖੁਸ਼ ਹੋ ਗਈ ਅਤੇ ਕਹਿਣ ਲੱਗੀ, ਠੀਕ ਹੈ, ਮੈਨੂੰ ਵੀ ਵਿਆਹ ਤੋਂ ਕੋਈ ਇਤਰਾਜ਼ ਨਹੀਂ ਹੈ। ਇੱਕ 18 ਸਾਲ ਦੀ ਜਵਾਨ ਅਤੇ ਖੂਬਸੂਰਤ ਲੜਕੀ ਮੇਰੀ ਪਤਨੀ ਬਣਨ ਵਾਲੀ ਸੀ। ਇਸ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਮੇਰੇ ਲਈ ਕੀ ਹੋ ਸਕਦੀ ਹੈ? ਸਾਰੀ ਰਾਤ ਨੇਹਾ ਮੇਰੇ ਡਰਾਇੰਗ ਰੂਮ ਵਿੱਚ ਹੀ ਬੈਠੀ ਰਹੀ ਅਤੇ ਮੇਰੇ ਨਾਲ ਗੱਲਾਂ ਕਰਦੀ ਰਹੀ। ਉਸ ਦੀਆਂ ਗੱਲਾਂ ਵਿੱਚ ਇੰਨੀ ਮਿਠਾਸ ਅਤੇ ਖੂਬਸੂਰਤੀ ਸੀ ਕਿ ਮੈਂ ਪੂਰੀ ਤਰ੍ਹਾਂ ਉਸ ਦਾ دیਵਾਨਾ ਹੋ ਗਿਆ ਸੀ। ਅਗਲੀ ਸਵੇਰ ਮੈਂ ਖੁਦ ਉਸ ਨੂੰ ਉਸਦੇ ਘਰ ਛੱਡ ਕੇ ਆਇਆ ਸੀ। ਉਹ ਇੱਕ ਆਮ ਜਿਹਾ ਇਲਾਕਾ ਸੀ। ਉਹ ਉੱਥੇ ਇੱਕ ਛੋਟੇ ਜਿਹੇ ਘਰ ਦੇ ਉੱਪਰਲੇ ਪੋਰਸ਼ਨ 'ਤੇ ਕਿਰਾਏ 'ਤੇ ਰਹਿੰਦੀ ਸੀ। ਮੈਂ ਉਸ ਨੂੰ ਕਿਹਾ ਸੀ ਕਿ ਮੈਂ ਅਗਲੇ ਹਫ਼ਤੇ ਤੱਕ ਸਾਰੇ ਕਾਗਜ਼ਾਤ ਤਿਆਰ ਕਰਕੇ ਉਸ ਦੇ ਨਾਲ ਵਿਆਹ ਕਰਵਾਵਾਂਗਾ ਅਤੇ ਆਪਣੀ ਜਾਇਦਾਦ ਉਸ ਦੇ ਨਾਮ ਕਰ ਦੇਵਾਂਗਾ। ਮੇਰੀ ਗੱਲ ਸੁਣ ਕੇ ਉਹ ਮੁਸਕਰਾਈ ਸੀ ਅਤੇ ਮੈਂ ਉਸ ਨੂੰ ਛੱਡ ਕੇ ਵਾਪਸ ਪਰਤ ਆਇਆ ਸੀ। ਵਾਪਸੀ ਦੇ ਸਾਰੇ ਰਸਤੇ ਮੈਂ ਇਹੀ ਸੋਚਦਾ ਰਿਹਾ ਕਿ ਮੈਂ ਕਿੰਨਾ ਖੁਸ਼ਨਸੀਬ ਹਾਂ ਜੋ ਉਮਰ ਦੇ ਇਸ ਪੜਾਅ 'ਤੇ ਨੇਹਾ ਵਰਗੀ ਲੜਕੀ ਮੇਰੇ ਹਿੱਸੇ ਆ ਗਈ ਸੀ। ਜਦੋਂ ਮੈਂ ਘਰ ਪਹੁੰਚਿਆ ਤਾਂ ਮੇਰੀ ਬੁੱਢੀ ਅਤੇ ਬਿਮਾਰ ਪਤਨੀ ਜਾਗ ਗਈ ਸੀ। ਮੈਨੂੰ ਦੇਖ ਕੇ ਕਹਿਣ ਲੱਗੀ, ਨੌਕਰਾਣੀ ਦੱਸ ਰਹੀ ਸੀ ਕਿ ਤੂੰ ਰਾਤ ਨੂੰ ਕਿਸੇ ਨੂੰ ਘਰ ਲੈ ਕੇ ਆਏ ਸੀ। ਫਿਲਹਾਲ ਮੈਂ ਆਪਣੀ ਪਤਨੀ ਨੂੰ ਆਪਣੇ ਵਿਆਹ ਦੇ ਬਾਰੇ ਨਹੀਂ ਦੱਸਣਾ ਚਾਹੁੰਦਾ ਸੀ। ਇਸ ਕਰਕੇ ਮੈਂ ਝੂਠ ਦਾ ਸਹਾਰਾ ਲਿਆ ਤੇ ਕਹਿ ਦਿੱਤਾ ਕਿ ਉਹ ਮੇਰੇ ਦੋਸਤ ਦੀ ਬੇਟੀ ਹੈ ਤੇ ਆਉਣ ਵਾਲੇ ਕੁਝ ਦਿਨਾਂ ਵਿੱਚ ਹੁਣ ਉਹ ਸਾਡੇ ਘਰ ਹੀ ਰਹੇਗੀ, ਕਿਉਂਕਿ ਮੇਰਾ ਦੋਸਤ ਕਿਸੇ ਕੰਮ ਤੋਂ ਕੁਝ ਦਿਨਾਂ ਦੇ ਲਈ ਦੂਸਰੇ ਦੇਸ਼ ਜਾ ਰਿਹਾ ਹੈ। ਇਹ ਸੁਣ ਕੇ ਮੇਰੀ ਪਤਨੀ ਨੇ ਕੁਝ ਵੀ ਨਾ ਕਿਹਾ ਅਤੇ ਖਾਮੋਸ਼ ਹੋ ਗਈ। ਮੈਂ ਸਕੂਨ ਦਾ ਸਾਹ ਲਿਆ, ਕਿਉਂਕਿ ਹੁਣ ਜੇ ਮੈਂ ਨੇਹਾ ਦੇ ਨਾਲ ਵਿਆਹ ਕਰਕੇ ਇਸ ਘਰ ਵਿੱਚ ਵੀ ਲੈ ਆਉਂਦਾ ਤਾਂ ਮੇਰੀ ਪਤਨੀ ਨੂੰ ਕੋਈ ਇਤਰਾਜ਼ ਨਾ ਹੁੰਦਾ। ਇਹ ਇੱਕ ਹਫ਼ਤਾ ਮੈਂ ਅੰਗਿਆਰਿਆਂ 'ਤੇ ਗੁਜ਼ਾਰਿਆ ਸੀ। ਨੇਹਾ ਨਾਲ ਮਿਲਣ ਤੋਂ ਬਾਅਦ ਮੈਨੂੰ ਇੰਨਾ ਚਾਅ ਸੀ ਕਿ ਮੇਰੀ ਤਾਂ ਰਾਤਾਂ ਦੀ ਨੀਂਦ ਵੀ ਉੱਡ ਗਈ ਸੀ। ਪੂਰੇ ਇੱਕ ਹਫ਼ਤੇ ਬਾਅਦ ਮੈਂ ਆਪਣੀ ਅੱਧੀ ਜਾਇਦਾਦ ਉਸ ਦੇ ਨਾਮ ਕਰ ਦਿੱਤੀ ਸੀ ਅਤੇ ਉਸ ਨੂੰ ਆਪਣੇ ਘਰ ਲੈ ਆਇਆ ਸੀ। ਮੈਂ ਵਿਆਹ ਦੀ ਸਾਰੀ ਤਿਆਰੀ ਕਰ ਲਈ ਸੀ। ਮੇਰੀ ਪਤਨੀ ਹਮੇਸ਼ਾ ਦੀ ਤਰ੍ਹਾਂ ਦਵਾਈ ਖਾ ਕੇ ਸੌਂ ਗਈ ਸੀ। ਜਦੋਂ ਵਿਆਹ ਸ਼ੁਰੂ ਹੋਣ ਲੱਗਾ ਤਾਂ ਨੇਹਾ ਨੇ ਉੱਥੇ ਹੀ ਰੋਕ ਦਿੱਤਾ ਅਤੇ ਮੈਨੂੰ ਕਹਿਣ ਲੱਗੀ, ਮੈਂ ਇਕੱਲਿਆਂ ਵਿੱਚ ਤੁਹਾਨੂੰ ਕੁਝ ਦਿਖਾਉਣਾ ਚਾਹੁੰਦੀ ਹਾਂ। ਮੈਂ ਉਸ ਨੂੰ ਇੱਕ ਅਲੱਗ ਕਮਰੇ ਵਿੱਚ ਲੈ ਗਿਆ। ਉੱਥੇ ਪਹੁੰਚ ਕੇ ਉਸ ਨੇ ਕੁਝ ਦੇਰ ਮੇਰੇ ਵੱਲ ਦੇਖਿਆ ਤੇ ਫਿਰ ਆਪਣੀ ਬਾਂਹ ਤੋਂ ਕੱਪੜਾ ਹਟਾ ਦਿੱਤਾ। ਉਸ ਦੀ ਬਾਂਹ 'ਤੇ ਇੱਕ ਐਦਾਂ ਦਾ ਨਿਸ਼ਾਨ ਸੀ ਜਿਸ ਨੂੰ ਦੇਖ ਕੇ ਮੇਰੇ ਹੋਸ਼ ਉੱਡ ਗਏ ਸੀ। ਮੈਂ ਅੱਡੀਆਂ ਅੱਖਾਂ ਨਾਲ ਬੇਯਕੀਨੀ ਨਾਲ ਉਹਦੇ ਵੱਲ ਦੇਖ ਰਿਹਾ ਸੀ। ਮੇਰਾ ਦਿਲ ਚਾਹ ਰਿਹਾ ਸੀ ਕਿ ਜ਼ਮੀਨ ਫਟ ਜਾਵੇ ਅਤੇ ਮੈਂ ਉਸ ਦੇ ਵਿੱਚ ਸਵਾਂ ਜਾਵਾਂ। ਅੱਜ ਮੈਂ ਆਪਣੇ ਹੱਥਾਂ ਨਾਲ ਕੀ ਕਰਨ ਜਾ ਰਿਹਾ ਸੀ? ਨੇਹਾ ਚੀਕ-ਚੀਕ ਕੇ ਕਹਿ ਰਹੀ ਸੀ ਕਿ ਤੁਹਾਨੂੰ ਕੁਝ ਯਾਦ ਆਇਆ ਜਾਂ ਨਹੀਂ? ਜੇਕਰ ਤੁਹਾਡੀ ਖੁਆਇਸ਼ ਪੂਰੀ ਨਹੀਂ ਹੋਈ ਤਾਂ ਕਰ ਲਓ ਵਿਆਹ ਮੇਰੇ ਨਾਲ ਅਤੇ ਆਪਣੀ ਹਰ ਖੁਆਇਸ਼ ਪੂਰੀ ਕਰ ਲਓ। ਨੇਹਾ ਦੀਆਂ ਗੱਲਾਂ ਸੁਣ ਕੇ ਉਹ ਮੰਜ਼ਰ ਮੇਰੀਆਂ ਅੱਖਾਂ ਦੇ ਸਾਹਮਣੇ ਘੁੰਮਣ ਲੱਗ ਪਿਆ ਸੀ।
ਜਿਨ੍ਹਾਂ ਪਲਾਂ ਨੂੰ ਮੈਂ ਆਪਣੀ ਜ਼ਿੰਦਗੀ ਵਿੱਚੋਂ ਪੂਰੀ ਤਰ੍ਹਾਂ ਭੁਲਾ ਦਿੱਤਾ ਸੀ, ਉਹ ਗੁਜ਼ਰੇ ਸਾਲ ਅਚਾਨਕ ਹੀ ਕਿਸੇ ਫਿਲਮ ਦੀ ਤਰ੍ਹਾਂ ਮੇਰੇ ਸਾਹਮਣੇ ਘੁੰਮਣ ਲੱਗ ਪਏ। ਮੇਰਾ ਨਾਮ ਦੇਵ ਹੈ। ਮੈਂ ਲਾਹੌਰ ਦੇ ਇੱਕ ਇਲਾਕੇ ਦਾ ਰਹਿਣ ਵਾਲਾ ਸੀ। ਮੇਰੇ ਪਿਤਾ ਜੀ ਨੇ ਮੇਰਾ ਵਿਆਹ ਆਪਣੇ ਕਿਸੇ ਦੋਸਤ ਦੀ ਬੇਟੀ ਉਮਾ ਨਾਲ ਕਰਵਾ ਦਿੱਤਾ ਸੀ। ਮੈਂ ਇੱਕ ਛੋਟੀ ਜਿਹੀ ਨੌਕਰੀ ਕਰਦਾ ਸੀ। ਸਾਡਾ ਘਰ ਸਾਡਾ ਆਪਣਾ ਸੀ। ਉਮਾ ਇੱਕ ਬਹੁਤ ਹੀ ਖੂਬਸੂਰਤ ਅਤੇ ਸਿੱਧੀ ਸਾਦੀ ਜਿਹੀ ਲੜਕੀ ਸੀ। ਉਸ ਦੇ ਨਾਲ ਵਿਆਹ ਕਰਕੇ ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਖੁਸ਼ਗਵਾਰ ਹੋ ਗਈ ਸੀ ਅਤੇ ਮੈਂ ਆਪਣੀ ਜ਼ਿੰਦਗੀ ਵਿੱਚ ਸੰਤੁਸ਼ਟ ਸੀ। ਪਰ ਫਿਰ ਉਸ ਰੱਬ ਨੇ ਸਾਡੇ ਉੱਪਰ ਐਦਾਂ ਦੀ ਅਜ਼ਮਾਇਸ਼ ਪਾਈ ਕਿ ਮੈਂ ਉਸ ਅਜ਼ਮਾਇਸ਼ ਵਿੱਚ ਪੂਰੀ ਤਰ੍ਹਾਂ ਫੇਲ ਹੋ ਗਿਆ। ਮੇਰੀ ਇੱਕ ਬਹੁਤ ਹੀ ਖੂਬਸੂਰਤ ਬੇਟੀ ਰਾਣੀ ਪੈਦਾ ਹੋਈ ਸੀ, ਪਰ ਉਹ ਇੱਕ ਨਾਮੁਕੰਮਲ ਇਨਸਾਨ ਸੀ, ਕਿਉਂਕਿ ਉਸ ਦੇ ਜਨਮ ਦੇ ਸਮੇਂ ਤੋਂ ਹੀ ਉਸ ਦੇ ਦੋਨੋਂ ਹੱਥ ਨਹੀਂ ਸੀ। ਮੈਂ ਅਤੇ ਮੇਰੀ ਪਤਨੀ ਆਪਣੀ ਬੇਟੀ ਦੀ ਇਸ ਤਰ੍ਹਾਂ ਦੀ ਹਾਲਤ ਦੇਖ ਕੇ ਪੂਰੀ ਤਰ੍ਹਾਂ ਟੁੱਟ ਗਏ ਸੀ ਅਤੇ ਫਿਰ ਉਮਾ ਨੇ ਹਿੰਮਤ ਕੀਤੀ ਅਤੇ ਆਪਣੀ ਬੇਟੀ ਦੀ ਬਾਂਹ ਬਣ ਗਈ। ਪਰ ਇੱਕ ਨਾਮੁਕੰਮਲ ਬੱਚੇ ਨੂੰ ਪਾਲਣਾ ਬਿਲਕੁਲ ਵੀ ਆਸਾਨ ਨਹੀਂ ਹੁੰਦਾ। ਅਸੀਂ ਦੋਨੋਂ ਪਤੀ ਪਤਨੀ ਨੇ ਉਸ ਨੂੰ ਰੱਬ ਦਾ ਫੈਸਲਾ ਸਮਝਿਆ ਤੇ ਉਸ ਨੂੰ ਕਬੂਲ ਕਰ ਲਿਆ। ਮੈਂ ਆਪਣੀ ਬੇਟੀ ਨੂੰ ਉਸ ਤਰ੍ਹਾਂ ਪਿਆਰ ਨਹੀਂ ਕਰ ਪਾਇਆ ਜਿਸ ਤਰ੍ਹਾਂ ਇੱਕ ਬਾਪ ਆਪਣੀ ਬੇਟੀ ਨੂੰ ਕਰਦਾ ਹੈ। ਉਸ ਦੀ ਇਸ ਹਾਲਤ ਦੀ ਵਜ੍ਹਾ ਨਾਲ ਸਾਡੇ ਦੋਨਾਂ ਦੇ ਦਰਮਿਆਨ ਕਾਫੀ ਦੂਰੀ ਵੱਧ ਗਈ ਸੀ। ਉਹ ਮੈਨੂੰ ਦੇਖ ਕੇ ਉੱਚੀ ਉੱਚੀ ਰੋਂਦੀ ਅਤੇ ਮੈਂ ਉਸ ਨੂੰ ਨਜ਼ਰਅੰਦਾਜ਼ ਕਰ ਦਿੰਦਾ। ਉਮਾ ਵੀ ਇਸ ਗੱਲ ਨੂੰ ਮਹਿਸੂਸ ਕਰਨ ਲੱਗ ਪਈ ਸੀ, ਪਰ ਮੈਨੂੰ ਕਿਸੇ ਦੇ ਵੀ ਜਜ਼ਬਾਤ ਦੀ ਫਿਕਰ ਨਹੀਂ ਸੀ। ਕਦੀ ਕਦੀ ਤਾਂ ਮੈਂ ਉਮਾ ਨੂੰ ਹੀ ਉਸ ਦਾ ਜ਼ਿੰਮੇਵਾਰ ਕਰਾਰ ਦਿੰਦਾ ਕਿ ਨਾ ਜਾਣੇ ਉਸ ਨੇ ਉਹਨਾਂ ਦਿਨਾਂ ਵਿੱਚ ਐਦਾਂ ਦਾ ਕੀ ਕੀਤਾ ਹੈ ਕਿ ਸਾਨੂੰ ਇੱਕ ਐਦਾਂ ਦੀ ਬੱਚੀ ਮਿਲੀ। ਦਿਨ ਜਿੱਦਾਂ ਕਿੱਦਾਂ ਗੁਜ਼ਰ ਰਹੇ ਸੀ। ਫਿਰ ਪੂਰੇ 6 ਮਹੀਨੇ ਬਾਅਦ ਸਾਨੂੰ ਪਤਾ ਚੱਲਿਆ ਕਿ ਉਮਾ ਫਿਰ ਤੋਂ ਮਾਂ ਬਣਨ ਵਾਲੀ ਹੈ। ਇਹ ਸੁਣ ਕੇ ਮੈਂ ਬਹੁਤ ਖੁਸ਼ ਹੋਇਆ ਸੀ, ਪਰ ਉਮਾ ਪਰੇਸ਼ਾਨ ਰਹਿਣ ਲੱਗ ਪਈ। ਉਸ ਨੂੰ ਰਾਣੀ ਦੀ ਫਿਕਰ ਸਤਾ ਰਹੀ ਸੀ ਕਿ ਉਹ ਅਜੇ ਛੋਟੀ ਹੈ ਅਤੇ ਹੈ ਵੀ ਅਪਾਹਜ। ਉਹ ਦੂਸਰੇ ਬੱਚੇ ਦੇ ਹੋਣ ਤੋਂ ਬਾਅਦ ਉਸ ਦੀ ਜ਼ਿਆਦਾ ਦੇਖਭਾਲ ਨਹੀਂ ਕਰ ਪਾਏਗੀ। ਫਿਰ ਕੁਝ ਮਹੀਨਿਆਂ ਬਾਅਦ ਸਾਡੇ ਘਰ ਦੂਜੇ ਬੱਚੇ ਨੇ ਜਨਮ ਲਿਆ, ਪਰ ਸਾਡੀਆਂ ਅਜ਼ਮਾਇਸ਼ਾਂ ਪੂਰੀਆਂ ਨਹੀਂ ਹੋਈਆਂ ਸੀ। ਸਾਡਾ ਦੂਸਰਾ ਬੱਚਾ ਵੀ ਆਪਣੇ ਪੈਰਾਂ ਤੋਂ ਅਪਾਹਜ ਸੀ ਅਤੇ ਦੂਸਰੇ ਬੱਚੇ ਨੂੰ ਵੀ ਅਪਾਹਜ ਦੇਖ ਕੇ ਮੇਰੀ ਤਾਂ ਹਾਲਤ ਹੀ ਖਰਾਬ ਹੋ ਗਈ ਸੀ। ਉਮਾ ਵਿਚਾਰੀ ਤਾਂ ਪਹਿਲਾਂ ਹੀ ਰਾਣੀ ਦੀ ਫਿਕਰ ਨਾਲ ਅੱਧੀ ਹੋ ਗਈ ਸੀ। ਹੁਣ ਉਸ ਨੂੰ ਦੂਜੇ ਬੱਚੇ ਨੂੰ ਵੀ ਉਸੇ ਤਰ੍ਹਾਂ ਪਾਲਣਾ ਸੀ, ਪਰ ਉਸ ਨੇ ਮਾਂ ਹੋਣ ਦੇ ਨਾਤੇ ਆਪਣੀ ਹਿੰਮਤ ਜਮ੍ਹਾਂ ਕਰ ਰੱਖੀ ਸੀ ਅਤੇ ਉਹ ਇਕੱਲੀ ਹੀ ਦੋਨੋਂ ਅਪਾਹਜ ਬੱਚਿਆਂ ਦਾ ਬੋਝ ਚੁੱਕ ਰਹੀ ਸੀ। ਮੈਂ ਤਾਂ ਉਹਨਾਂ ਦੋਨਾਂ ਦੇ ਵੱਲ ਨਜ਼ਰਾਂ ਭਰ ਕੇ ਦੇਖਦਾ ਵੀ ਨਹੀਂ ਸੀ ਅਤੇ ਇਸੇ ਤਰ੍ਹਾਂ ਸਾਡੇ ਘਰ ਤੀਸਰੇ ਬੱਚੇ ਦੀ ਪੈਦਾਇਸ਼ ਹੋ ਗਈ। ਉਹ ਜੁੜਵਾ ਹੋਏ ਸੀ। 2 ਬੇਟੇ ਤੇ 2 ਬੇਟੀਆਂ ਸੀ, ਪਰ ਚਾਰੋਂ ਦੇ ਚਾਰੋਂ ਹੀ ਅਪਾਹਜ ਸੀ। ਮੈਂ ਚਾਰੋਂ ਅਪਾਹਜ ਬੱਚਿਆਂ ਦਾ ਬੋਝ ਨਹੀਂ ਚੁੱਕ ਸਕਦਾ ਸੀ। ਆਏ ਦਿਨ ਮੇਰੇ ਅਤੇ ਉਮਾ ਦੇ ਵਿਚਕਾਰ ਝਗੜੇ ਹੋਣ ਲੱਗ ਪਏ ਸੀ। ਉਹਨਾਂ 4 ਬੱਚਿਆਂ ਦੀ ਵਜ੍ਹਾ ਨਾਲ ਮੇਰੇ ਅਤੇ ਉਮਾ ਦੇ ਦਰਮਿਆਨ ਬਹੁਤ ਦੂਰੀਆਂ ਆ ਗਈਆਂ ਸੀ। ਸਾਡੇ 2 ਬੱਚੇ ਹੱਥਾਂ ਤੋਂ ਅਪਾਹਜ ਸੀ ਅਤੇ 2 ਪੈਰਾਂ ਤੋਂ ਅਪਾਹਜ ਸੀ। ਸਾਡੇ ਵਾਸਤੇ ਘਰੋਂ ਨਿਕਲਣਾ ਵੀ ਬਹੁਤ ਮੁਸ਼ਕਲ ਸੀ। ਮੈਂ ਅਤੇ ਉਮਾ ਨੇ ਜ਼ਿੰਦਗੀ ਦੇ 7 ਸਾਲ ਇਸੇ ਤਰ੍ਹਾਂ ਗੁਜ਼ਾਰੇ ਅਤੇ ਫਿਰ ਜਦੋਂ ਮੈਨੂੰ ਐਦਾਂ ਲੱਗਾ ਕਿ ਉਮਾ ਬੱਚਿਆਂ ਵਿੱਚ ਇਸ ਕਦਰ ਰੁੱਝ ਗਈ ਹੈ ਕਿ ਨਾ ਹੀ ਉਹ ਮੇਰੀਆਂ ਖਵਾਇਸ਼ਾਂ ਪੂਰੀਆਂ ਕਰ ਸਕਦੀ ਹੈ ਅਤੇ ਨਾ ਹੀ ਮੈਂ ਉਹਨਾਂ ਬੱਚਿਆਂ ਦਾ ਬੋਝ ਝੱਲ ਸਕਦਾ ਹਾਂ, ਮੈਂ ਇੱਕ ਝੂਠਾ ਖੇਲ ਰਚਾਇਆ ਕਿ ਮੈਂ ਦੂਸਰੇ ਸ਼ਹਿਰ ਕਿਸੇ ਦਫ਼ਤਰੀ ਕੰਮ ਦੇ ਲਈ ਜਾਣਾ ਹੈ। ਇਹ ਕਹਿ ਕੇ ਮੈਂ ਦੂਸਰੇ ਸ਼ਹਿਰ ਆ ਗਿਆ ਅਤੇ ਫਿਰ ਆਪਣੇ ਦੋਸਤ ਦੇ ਹੱਥੋਂ ਆਪਣੀ ਝੂਠੀ ਮੌਤ ਦਾ ਪੈਗਾਮ ਆਪਣੇ ਘਰ ਵਾਲਿਆਂ ਨੂੰ ਪਹੁੰਚਾ ਦਿੱਤਾ ਅਤੇ ਹਮੇਸ਼ਾ ਦੇ ਲਈ ਉਹਨਾਂ ਤੋਂ ਜਾਨ ਛੁਡਵਾ ਲਈ। ਮੈਂ ਆਪਣੀ ਪਹਿਚਾਣ ਲੁਕੋਈ ਅਤੇ ਦੂਸਰੇ ਸ਼ਹਿਰ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰ ਲਈ। ਮੈਨੂੰ ਆਪਣੇ ਦੋਸਤ ਦੇ ਕਰਕੇ ਨੌਕਰੀ ਵੀ ਮਿਲ ਗਈ ਸੀ ਅਤੇ ਫਿਰ ਉੱਥੇ ਮੌਜੂਦ ਮੇਰੀ ਆਫਿਸ ਦੀ ਬੌਸ, ਜੋ ਕਿ ਇੱਕ ਵਿਧਵਾ ਔਰਤ ਸੀ, ਉਸ ਦਾ ਦਿਲ ਮੇਰੇ ਉੱਪਰ ਆ ਗਿਆ। ਉਹ ਉਮਰ ਵਿੱਚ ਮੇਰੇ ਨਾਲੋਂ ਜ਼ਿਆਦਾ ਸੀ ਅਤੇ ਨਾ ਹੀ ਉਮਾ ਵਾਂਗ ਖੂਬਸੂਰਤ ਸੀ, ਪਰ ਉਸ ਦੇ ਕੋਲ ਮੌਜੂਦ ਦੌਲਤ ਉਸ ਦੀ ਹਰ ਕਮੀ 'ਤੇ ਭਾਰੀ ਸੀ। ਮੈਂ ਆਪਣੀ ਬੌਸ ਨਾਲ ਵਿਆਹ ਕਰ ਲਿਆ ਅਤੇ ਦੁਬਾਰਾ ਕਦੀ ਪਲਟ ਕੇ ਆਪਣੀ ਪਤਨੀ ਅਤੇ ਬੱਚਿਆਂ ਵੱਲ ਨਹੀਂ ਦੇਖਿਆ। ਮੈਂ ਨਹੀਂ ਜਾਣਦਾ ਸੀ ਕਿ ਮੇਰੀ ਮੌਤ ਦੀ ਖਬਰ ਕਿਸ ਤਰ੍ਹਾਂ ਉਹਨਾਂ ਉੱਪਰ ਬਿਜਲੀ ਬਣ ਕੇ ਡਿੱਗੀ ਹੋਵੇਗੀ ਅਤੇ ਉਮਾ ਨੇ 4 ਅਪਾਹਜ ਬੱਚਿਆਂ ਦੇ ਨਾਲ ਅੱਗੇ ਦੀ ਜ਼ਿੰਦਗੀ ਕਿੱਦਾਂ ਗੁਜ਼ਾਰੀ ਹੋਵੇਗੀ। ਮੈਂ ਖੁਦ ਗਰਜ਼ ਹੋ ਕੇ ਇੱਕ ਖੂਬਸੂਰਤ ਜ਼ਿੰਦਗੀ ਵਿੱਚ ਮਗਨ ਹੋ ਗਿਆ ਸੀ, ਪਰ ਵਕਤ ਦੇ ਨਾਲ ਨਾਲ ਜਦੋਂ ਮੇਰੀ ਪਤਨੀ ਬੁੱਢੀ ਹੋਣ ਲੱਗ ਪਈ ਤਾਂ ਮੈਨੂੰ ਅਹਿਸਾਸ ਹੋਇਆ ਕਿ ਉਹ ਮੇਰੀਆਂ ਖਵਾਇਸ਼ਾਂ ਪੂਰੀਆਂ ਕਰਨ ਦੇ ਕਾਬਲ ਨਹੀਂ ਰਹੀ ਅਤੇ ਫਿਰ ਜਦੋਂ ਮੇਰੀ ਮੁਲਾਕਾਤ ਨੇਹਾ ਦੇ ਨਾਲ ਹੋਈ, ਮੈਂ ਬਿਨਾਂ ਸੋਚੇ ਸਮਝੇ ਉਸ ਨੂੰ ਵਿਆਹ ਦੇ ਲਈ ਕਹਿ ਦਿੱਤਾ, ਕਿਉਂਕਿ ਉਹ ਬਹੁਤ ਹੀ ਜ਼ਿਆਦਾ ਖੂਬਸੂਰਤ ਅਤੇ ਜਵਾਨ ਸੀ, ਪਰ ਉਹ ਅਪਾਹਜ ਸੀ। ਮੇਰੇ ਕੋਲ ਇੰਨਾ ਪੈਸਾ ਸੀ ਕਿ ਮੈਂ ਉਸ ਦਾ ਇਲਾਜ ਕਰਵਾ ਸਕਦਾ ਸੀ। ਜੇਕਰ ਮੈਂ ਉਸ ਨੂੰ ਇੱਕ ਨਕਲੀ ਲੱਤ ਲਗਵਾ ਦਿੰਦਾ ਤਾਂ ਉਹ ਪੂਰੀ ਤਰ੍ਹਾਂ ਮੁਕੰਮਲ ਹੋ ਜਾਂਦੀ। ਇਹੀ ਸੋਚ ਕੇ ਮੈਂ ਆਪਣੀ ਅੱਧੀ ਜਾਇਦਾਦ ਉਸ ਦੇ ਨਾਮ ਕੀਤੀ ਸੀ
ਅਤੇ ਉਸ ਦੇ ਨਾਲ ਵਿਆਹ ਕਰਨ ਲੱਗਾ ਸੀ, ਪਰ ਹਜੇ ਤੱਕ ਸਾਡਾ ਵਿਆਹ ਨਹੀਂ ਹੋਇਆ ਸੀ। ਪਰ ਉਸ ਰਾਤ ਉਸਨੇ ਜਦੋਂ ਆਪਣੀ ਬਾਂਹ ਤੋਂ ਕੱਪੜਾ ਹਟਾ ਕੇ ਮੈਨੂੰ ਉਹ ਨਿਸ਼ਾਨ ਦਿਖਾਇਆ ਤਾਂ ਮੈਨੂੰ ਸਭ ਯਾਦ ਆ ਗਿਆ। ਇਹ ਨਿਸ਼ਾਨ ਮੇਰੀ ਇੱਕ ਬੇਟੀ ਦੀ ਬਾਂਹ 'ਤੇ ਸੀ ਅਤੇ ਨੇਹਾ ਮੇਰੀ ਬੇਟੀ ਹੀ ਸੀ। ਮੈਂ ਸੱਚ ਕਹਿ ਰਿਹਾ ਹਾਂ ਕਿ ਇੱਕ ਪਲ ਦੇ ਲਈ ਤਾਂ ਮੇਰੇ ਦਿਲ ਨੇ ਇਹ ਕਿਹਾ ਸੀ ਕਿ ਮੈਂ ਪਿਸਤੌਲ ਚੁੱਕ ਕੇ ਖੁਦ ਨੂੰ ਗੋਲੀ ਮਾਰ ਲਵਾਂ। ਨੇਹਾ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ ਸੀ। ਮੈਂ ਉਸ ਦੇ ਨਾਲ ਅੱਖਾਂ ਨਹੀਂ ਮਿਲਾ ਪਾ ਰਿਹਾ ਸੀ। ਮੇਰੀਆਂ ਅੱਖਾਂ ਵਿੱਚ ਅੱਥਰੂ ਹੀ ਅੱਥਰੂ ਸੀ ਅਤੇ ਮੈਂ ਆਪਣੀ ਬੇਟੀ ਤੋਂ ਮਾफ़ੀ ਮੰਗ ਰਿਹਾ ਸੀ। ਨੇਹਾ ਕਹਿਣ ਲੱਗੀ, ਤੁਸੀਂ ਉਸ ਵਕਤ ਸਾਨੂੰ ਬੇਸਹਾਰਾ ਛੱਡ ਦਿੱਤਾ ਸੀ ਜਦੋਂ ਅਸੀਂ ਕਿਸੇ ਕਾਬਿਲ ਵੀ ਨਹੀਂ ਸੀ। ਨੇਹਾ ਦੀ ਗੱਲ ਸੁਣ ਕੇ ਮੇਰੇ ਸਿਰ 'ਤੇ ਸਮਾਨ ਡਿੱਗ ਗਿਆ ਸੀ। ਉਹ ਮੇਰੀ ਤੀਸਰੇ ਨੰਬਰ ਦੀ ਬੇਟੀ ਸੀ। ਮੈਨੂੰ ਤਾਂ ਨਾ ਹੀ ਉਸ ਦਾ ਨਾਮ ਯਾਦ ਸੀ ਅਤੇ ਨਾ ਹੀ ਚਿਹਰਾ, ਅਤੇ ਇਸੇ ਵਜ੍ਹਾ ਕਰਕੇ ਮੈਂ ਇੰਨਾ ਵੱਡਾ ਧੋਖਾ ਖਾਧਾ ਸੀ। ਮੈਂ ਉਸ ਨੂੰ ਕਿਹਾ, ਤੂੰ ਇਹ ਕੀ ਕੀਤਾ ਹੈ? ਜੇ ਤੂੰ ਮੇਰੀ ਬੇਟੀ ਆਂ ਤਾਂ ਮੇਰੇ ਨਾਲ ਵਿਆਹ ਕਿਉਂ ਕਰਨ ਲੱਗੀ ਸੀ? ਮੇਰੀ ਗੱਲ ਸੁਣ ਕੇ ਉਸ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ। ਉਹ ਰੋਂਦੇ ਹੋਏ ਕਹਿਣ ਲੱਗੀ, ਮੈਨੂੰ ਤਾਂ ਸਿਰਫ ਤੁਹਾਡਾ ਪਿਆਰ ਚਾਹੀਦਾ ਸੀ। ਉਹ ਇਹ ਕਦਮ ਚੁੱਕ ਕੇ ਮੈਨੂੰ ਅਹਿਸਾਸ ਦਿਵਾਉਣਾ ਚਾਹੁੰਦੀ ਸੀ। ਜੇ ਉਹ ਇਹ ਕਦਮ ਨਾ ਚੁੱਕਦੀ ਤਾਂ ਮੈਨੂੰ ਜ਼ਿੰਦਗੀ ਭਰ ਕਦੀ ਵੀ ਅਹਿਸਾਸ ਨਾ ਹੁੰਦਾ। ਮੇਰੀ ਜੁਦਾਈ ਵਿੱਚ ਉਹਨਾਂ ਨੇ ਇੱਕ ਇੱਕ ਪਲ ਮੁਸ਼ਕਿਲ ਵਿੱਚ ਗੁਜ਼ਾਰਿਆ ਸੀ, ਕਿਉਂਕਿ ਜ਼ਿੰਦਗੀ ਦੇ ਇੰਨੇ ਸਾਲਾਂ ਵਿੱਚ ਨੇਹਾ ਤੇ ਉਸਦੇ ਭੈਣ ਭਰਾਵਾਂ ਨੇ ਬਹੁਤ ਤਕਲੀਫ ਵਿੱਚ ਕੱਟੇ ਹਨ। ਉਮਾ ਨੇ ਬਹੁਤ ਹੀ ਮੁਸ਼ਕਿਲ ਨਾਲ ਉਹਨਾਂ ਨੂੰ ਪਾਲ ਪੋਸ ਕੇ ਵੱਡਾ ਕੀਤਾ ਹੈ। ਉਹਨਾਂ ਦੀ ਪੜ੍ਹਾਈ ਲਿਖਾਈ ਵਿੱਚ ਕੋਈ ਕਸਰ ਨਹੀਂ ਛੱਡੀ ਸੀ। ਨੇਹਾ ਨੂੰ ਸਕਾਲਰਸ਼ਿਪ 'ਤੇ ਇਸ ਸ਼ਹਿਰ ਵਿੱਚ ਦਾਖਲਾ ਮਿਲਿਆ ਹੈ ਅਤੇ ਉਹ ਇੱਥੇ ਪੜ੍ਹਾਈ ਦੇ ਲਈ ਆਈ ਹੋਈ ਹੈ। ਮੇਰੀ ਗੱਡੀ ਦੇ ਸਾਹਮਣੇ ਉਹ ਇਤਫਾਕ ਨਾਲ ਆਈ ਸੀ, ਪਰ ਮੇਰੀ ਇੱਕ ਤਸਵੀਰ ਉਸ ਦੇ ਕੋਲ ਸੀ ਜਿਸ ਵਜ੍ਹਾ ਨਾਲ ਉਹ ਮੈਨੂੰ ਪਹਿਚਾਣ ਗਈ ਸੀ ਅਤੇ ਫਿਰ ਉਸ ਤੋਂ ਬਾਅਦ ਮੇਰੇ ਕਰੀਬ ਆਉਣ ਦੇ ਲਈ ਅਤੇ ਮੈਨੂੰ ਅਹਿਸਾਸ ਦਿਲਾਉਣ ਦੇ ਲਈ ਉਸ ਨੇ ਇਹ ਸਭ ਕੀਤਾ ਸੀ। ਉਹ ਰੋਂਦੀ ਹੋਈ ਕਹਿ ਰਹੀ ਸੀ ਕਿ ਉਹ ਸਭ ਮੇਰੀ ਕਮੀ ਨੂੰ ਬਹੁਤ ਮਹਿਸੂਸ ਕਰਦੇ ਸੀ ਅਤੇ ਹੁਣ ਮੇਰਾ ਸਾਥ ਚਾਹੁੰਦੇ ਹਨ। ਮੈਂ ਇਹ ਸਭ ਸੁਣ ਕੇ ਹੱਕਾ ਬੱਕਾ ਖੜਾ ਸੀ, ਕਿਉਂਕਿ ਉਮਾ ਨੇ ਮੇਰੇ ਬਿਨਾਂ ਨਾ ਸਿਰਫ ਬੱਚਿਆਂ ਦੀ ਚੰਗੀ ਪਰਵਰਿਸ਼ ਕੀਤੀ ਸੀ, ਬਲਕਿ ਉਹਨਾਂ ਨੂੰ ਪੜ੍ਹਾਇਆ ਲਿਖਾਇਆ ਵੀ ਸੀ। ਇਸ ਤਰ੍ਹਾਂ ਆਪਣੀ ਬੇਟੀ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਇੱਕ ਕਾਮਯਾਬ ਜ਼ਿੰਦਗੀ ਗੁਜ਼ਾਰਦੇ ਹੋਏ ਦੇਖ ਕੇ ਮੈਂ ਸ਼ਰਮਿੰਦਗੀ ਦਾ ਸ਼ਿਕਾਰ ਹੋ ਗਿਆ ਸੀ। ਜਿਨ੍ਹਾਂ ਬੱਚਿਆਂ ਨੂੰ ਮੈਂ ਬੋਝ ਸਮਝ ਕੇ ਛੱਡ ਆਇਆ ਸੀ, ਉਮਾ ਨੇ ਉਹਨਾਂ ਬੱਚਿਆਂ ਨੂੰ ਜ਼ਿੰਦਗੀ ਵਿੱਚ ਕਾਮਯਾਬ ਬਣਾ ਦਿੱਤਾ ਸੀ। ਮੇਰੇ ਚਾਰੇ ਬੱਚੇ ਬਹੁਤ ਹੀ ਲਾਇਕ ਅਤੇ ਕਾਬਿਲ ਹੋ ਗਏ ਸੀ ਅਤੇ ਮੈਂ ਉਮਰ ਦੇ ਇਸ ਹਿੱਸੇ ਵਿੱਚ ਇੱਕ ਬੁੱਢੀ ਔਰਤ ਅਤੇ ਬੇਔਲਾਦੀ ਜ਼ਿੰਦਗੀ ਗੁਜ਼ਾਰ ਰਿਹਾ ਸੀ। ਮੇਰੀ ਦੂਸਰੀ ਪਤਨੀ ਤੋਂ ਮੈਨੂੰ ਕੋਈ ਵੀ ਔਲਾਦ ਨਹੀਂ ਸੀ ਅਤੇ ਮੈਂ ਤਾਂ ਅੱਜ ਵੀ ਆਪਣੀਆਂ ਖਵਾਇਸ਼ਾਂ ਦੇ ਪਿੱਛੇ ਭੱਜ ਰਿਹਾ ਸੀ। ਮੇਰੇ ਲਈ ਇਹ ਡੁੱਬ ਮਰਨ ਦਾ ਮੁਕਾਮ ਸੀ। ਮੇਰੀ ਬੇਟੀ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਸੀ। ਹੁਣ ਮੈਂ ਉਮਾ ਤੋਂ ਮਾफ़ੀ ਮੰਗਣਾ ਚਾਹੁੰਦਾ ਸੀ। ਮੈਂ ਆਪਣੇ ਚਾਰਾਂ ਬੱਚਿਆਂ ਨੂੰ ਆਪਣੇ ਸੀਨੇ ਨਾਲ ਲਗਾਉਣਾ ਚਾਹੁੰਦਾ ਸੀ, ਪਰ ਮੇਰੇ ਅੰਦਰ ਇੰਨੀ ਹਿੰਮਤ ਨਹੀਂ ਸੀ ਕਿ ਮੈਂ ਉਸ ਦਾ ਸਾਹਮਣਾ ਕਰ ਸਕਦਾ। ਮੇਰੀ ਬੇਟੀ ਨੇਹਾ ਮੇਰੇ ਸੀਨੇ ਨਾਲ ਲੱਗ ਗਈ ਅਤੇ ਕਹਿਣ ਲੱਗੀ, ਹੁਣ ਸਾਨੂੰ ਖੁਦ ਤੋਂ ਜੁਦਾ ਨਾ ਕਰੋ। ਤੁਸੀਂ ਜੋ ਕੁਝ ਵੀ ਸਾਡੇ ਨਾਲ ਕੀਤਾ ਉਹ ਗੁਨਾਹ ਬਣ ਗਿਆ ਹੈ ਅਤੇ ਹੁਣ ਸਾਡੇ ਵਿੱਚੋਂ ਕੋਈ ਵੀ ਗੁਨਾਹ ਨੂੰ ਦੁਹਰਾਉਣਾ ਨਹੀਂ ਚਾਹੁੰਦਾ। ਸਾਨੂੰ ਤੁਹਾਡੀ ਲੋੜ ਹੈ। ਨੇਹਾ ਦੇ ਸਹਾਰੇ ਹੀ ਮੈਂ ਉਮਾ ਤੱਕ ਚਲਾ ਗਿਆ ਸੀ ਅਤੇ ਉਸਨੇ ਮੈਨੂੰ ਔਲਾਦ ਦੀ ਖਾਤਰ ਮਾफ़ ਕਰ ਦਿੱਤਾ, ਨਹੀਂ ਤਾਂ ਮੈਂ ਮਾफ़ੀ ਦੇ ਕਾਬਿਲ ਨਹੀਂ ਸੀ। ਮੈਂ ਜੋ ਕੁਝ ਵੀ ਕੀਤਾ ਸੀ ਬਹੁਤ ਗਲਤ ਕੀਤਾ ਸੀ, ਪਰ ਉਮਾ ਨੇ ਜਿਸ ਤਰ੍ਹਾਂ ਮੇਰੇ ਬੱਚਿਆਂ ਨੂੰ ਪਾਲਿਆ ਸੀ, ਮੈਨੂੰ ਅਹਿਸਾਸ ਹੋਇਆ ਸੀ ਕਿ ਮੈਂ ਹੀਰੇ ਨੂੰ ਛੱਡ ਕੇ ਮਿੱਟੀ ਦਾ ਸੌਦਾ ਕੀਤਾ ਸੀ। ਮੇਰੀ ਦੂਸਰੀ ਪਤਨੀ ਨੂੰ ਜਦੋਂ ਇਹ ਪਤਾ ਚੱਲਿਆ ਕਿ ਮੈਂ ਆਪਣੀ ਪਹਿਲੀ ਪਤਨੀ ਅਤੇ ਬੱਚਿਆਂ ਨੂੰ ਮਿਲਣ ਲੱਗਾ ਹਾਂ ਤਾਂ ਉਸਨੇ ਮੈਨੂੰ ਖੁਦ ਉਹਨਾਂ ਲੋਕਾਂ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ ਅਤੇ ਇਹ ਵੀ ਕਿਹਾ ਕਿ ਮੈਂ ਆਪਣੇ ਸਾਰੇ ਪਰਿਵਾਰ ਨੂੰ ਇੱਥੇ ਲੈ ਕੇ ਆ ਸਕਦਾ ਹਾਂ ਅਤੇ ਅਸੀਂ ਇਕੱਠੇ ਰਹਾਂਗੇ। ਮੇਰੀ ਦੂਸਰੀ ਪਤਨੀ ਬਿਮਾਰ ਸੀ ਅਤੇ ਉਸ ਨੂੰ ਪਤਾ ਸੀ ਕਿ ਉਹ ਹੁਣ ਜ਼ਿਆਦਾ ਸਾਲ ਜਿੰਦਾ ਨਹੀਂ ਰਹੇਗੀ ਅਤੇ ਇਸ ਕਰਕੇ ਉਹ ਮੇਰੇ ਨਾਲ ਖੁਸ਼ੀ-ਖੁਸ਼ੀ ਰਹਿਣਾ ਚਾਹੁੰਦੀ ਸੀ। ਉਹ ਪਰਮਾਤਮਾ ਸਾਨੂੰ ਕਦੀ-ਕਦੀ ਸਾਡੀਆਂ ਪਿਆਰੀਆਂ ਚੀਜ਼ਾਂ ਨਾਲ ਅਜ਼ਮਾਉਂਦਾ ਹੈ ਅਤੇ ਸਾਨੂੰ ਉਸ ਦੀ ਹਰ ਅਜ਼ਮਾਇਸ਼ 'ਤੇ ਪੂਰੇ ਉਤਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿਉਂਕਿ ਇਸ ਵਿੱਚ ਸਾਡੀ ਭਲਾਈ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਮੈਂ ਮਾफ़ੀ ਦੇ ਕਾਬਿਲ ਸੀ ਜਾਂ ਨਹੀਂ, ਅਤੇ ਮੇਰੀ ਪਹਿਲੀ ਪਤਨੀ ਨੇ ਮੈਨੂੰ ਮਾफ़ ਕਰਕੇ ਸਹੀ ਕੀਤਾ ਜਾਂ ਗਲਤ, ਅਤੇ ਮੇਰੀ ਬੇਟੀ ਨੂੰ ਮੈਨੂੰ ਅਹਿਸਾਸ ਦਿਲਾਉਣ ਦੇ ਲਈ ਇਹ ਕਦਮ ਚੁੱਕਣਾ ਚਾਹੀਦਾ ਸੀ ਜਾਂ ਨਹੀਂ? ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ। ਧੰਨਵਾਦ ਜੀ।